ਸਤਿ ਸ਼੍ਰੀ ਅਕਾਲ ਜੀ। ਸਵਾਗਤ ਹੈ ਤੁਹਾਡਾ ਸਾਡੇ ਚੈਨਲ ਪੰਜਾਬੀ ਕਹਾਣੀਆਂ 'ਤੇ। ਮੇਰਾ ਗਲਾ ਸੁੱਕ ਰਿਹਾ ਸੀ। ਮੈਂ ਆਪਣੇ ਛੋਟੇ ਭਰਾ ਨੂੰ ਆਵਾਜ਼ ਦਿੱਤੀ ਪਰ ਉਹਨੇ ਕੋਈ ਜਵਾਬ ਨਹੀਂ ਦਿੱਤਾ। ਮੈਂ ਸਮਝ ਗਈ ਕਿ ਸੋਨੂੰ ਸੋ ਗਿਆ। ਮੈਂ ਸੋਚਿਆ ਕਿ ਉਹਨੂੰ ਕਿਉਂ ਉਠਾਉਣਾ ਤੇ ਆਪ ਹੀ ਪਾਣੀ ਪੀ ਲੈਂਦੀ ਹਾਂ। ਉਸ ਰਾਤ ਮੈਨੂੰ ਪਾਣੀ ਨਹੀਂ ਮਿਲਿਆ ਪਰ ਮੈਨੂੰ ਖੜਕੇ ਦੀ ਆਵਾਜ਼ ਸੁਣਾਈ ਦਿੱਤੀ। ਸੋਨੂੰ ਘਬਰਾਈ ਹੋਈ ਆਵਾਜ਼ ਵਿੱਚ ਬੋਲਿਆ, ਕੀ ਦੀਦੀ ਤੁਸੀਂ ਠੀਕ ਆ? ਤੇ ਮੈਨੂੰ ਉਹਦੀ ਗੱਲ ਸੁਣ ਕੇ ਬਹੁਤ ਸ਼ਰਮਿੰਦਗੀ ਮਹਿਸੂਸ ਹੋਈ। ਸੋਨੂੰ ਕਹਿੰਦਾ ਕਿ ਅਖੀਰ ਜਗਾ ਹੀ ਦਿੱਤਾ ਨਾ ਮੈਨੂੰ। ਪੂਰਾ ਗਲਾਸ ਪਾਣੀ ਦਾ ਪੀ ਲਿਆ। ਇੰਨੀ ਪਿਆਸ ਲੱਗੀ ਹੋਈ ਸੀ ਫਿਰ ਵੀ ਮੈਨੂੰ ਤੁਸੀਂ ਉਠਾਇਆ ਕਿਉਂ ਨਹੀਂ? ਦੀਦੀ ਇੱਥੇ ਤੁਹਾਡਾ ਖਿਆਲ ਰੱਖਣ ਲਈ ਹੀ ਆਇਆ ਹਾਂ। ਪਲੀਜ਼ ਤੁਸੀਂ ਮੇਰੀ ਨੀਂਦ ਦੀ ਫਿਕਰ ਨਾ ਕਰਿਆ ਕਰੋ। ਜੇ ਕੁਝ ਚਾਹੀਦਾ ਹੁੰਦਾ ਤਾਂ ਮੈਨੂੰ ਦੱਸ ਦਿਆ ਕਰੋ। ਉਹਦੀ ਇਹ ਗੱਲ ਸੁਣ ਕੇ ਮੈਨੂੰ ਬਹੁਤ ਵਧੀਆ ਲੱਗਾ। ਹੁਣ ਤਾਂ ਸ਼ਾਇਦ ਜ਼ਿੰਦਗੀ ਵਿੱਚ ਸੁਣਨਾ ਹੀ ਸੁਣਨਾ ਸੀ। ਮੈਂ ਬਹੁਤ ਦੁਖੀ ਹੋ ਗਈ। ਉਸ ਸਮੇਂ ਬਹੁਤ ਮਾੜੀ ਹਾਲਾਤ ਸੀ। ਕੱਲ੍ਹ ਕੀ ਹੋਵੇਗਾ ਇਹ ਸੋਚ ਮੇਰਾ ਪੂਰਾ ਸਰੀਰ ਕੰਬਣੀ ਜਿਹੀ ਛਿੜ ਗਈ। ਰਾਤ ਦੇ 3 ਵੱਜ ਚੁੱਕੇ ਸੀ ਪਰ ਮੈਨੂੰ ਨੀਂਦ ਨਹੀਂ ਸੀ ਆਉਂਦੀ। ਮੈਨੂੰ ਬਾਰ ਪ੍ਰੀਤੀ ਦੀ ਯਾਦ ਆਉਂਦੀ ਸੀ। ਮੈਂ ਇਸ ਗੱਲ ਨੂੰ ਸੋਚ ਬਹੁਤ ਦੁਖੀ ਹੋਈ ਕਿ ਹੁਣ ਮੈਂ ਕਦੇ ਵੀ ਉਹਨੂੰ ਦੇਖ ਨਹੀਂ ਸਕਦੀ। ਪ੍ਰੀਤੀ ਮੇਰੀ ਸਕੂਲ ਵਿੱਚ ਪੱਕੀ ਸਹੇਲੀ ਸੀ। ਉਹ ਮੈਨੂੰ ਆਪਣੀ ਜਾਨ ਤੋਂ ਵੱਧ ਪਿਆਰੀ ਸੀ ਪਰ ਅੱਜ ਇੱਦਾਂ ਲੱਗਦਾ ਪਿਆ ਸੀ ਪ੍ਰੀਤੀ ਆਪਣੇ ਤੋਂ ਵੱਧ ਮੈਨੂੰ ਪਿਆਰ ਕਰਦੀ ਹੈ। ਕੁਦਰਤ ਦਾ ਇਹ ਕਿੱਦਾਂ ਦਾ ਨਿਯਮ ਹੈ ਕਿ ਜਦੋਂ ਬੰਦੇ ਨੂੰ ਨੀਂਦ ਨਹੀਂ ਆਉਂਦੀ ਤਾਂ ਉਹ ਵਾਰ-ਵਾਰ ਆਪਣੇ ਬੀਤੇ ਸਮੇਂ ਨੂੰ ਯਾਦ ਕਰਦਾ ਰਹਿੰਦਾ ਹੈ। ਮੈਂ ਸੋਚਿਆ ਚੱਲ ਇਹ ਵੀ ਚੰਗਾ ਹੈ, ਘੱਟੋ ਘੱਟ ਇਹ ਸਮਾਂ ਤਾਂ ਆਸਾਨੀ ਨਾਲ ਨਿਕਲ ਜਾਊਗਾ। ਨਹੀਂ ਤਾਂ ਇਹ ਪਿਛਲੇ 18 ਦਿਨ ਤਾਂ ਪਹਾੜ ਜਿੱਡੇ ਕੱਢਣੇ ਪਏ ਸੀ। ਕੀ ਕਰਦੀ ਮੈਂ ਉਹਨਾਂ 18 ਦਿਨਾਂ ਦੇ ਵਿੱਚ? ਚੁੱਪ ਪਈ ਰਹਿੰਦੀ। ਇਸ ਤੋਂ ਇਲਾਵਾ ਮੇਰੇ ਕੋਲ ਹੋਰ ਕੋਈ ਹੱਲ ਵੀ ਨਹੀਂ ਸੀ। ਮੇਰਾ ਸਾਰਾ ਸਰੀਰ ਇੱਥੋਂ ਤੱਕ ਕਿ ਮੇਰੀ ਆਤਮਾ ਵੀ ਜ਼ਖਮੀ ਹੋ ਗਈ ਸੀ। ਉਸ ਸਮੇਂ ਮੈਂ ਕੁਝ ਵੀ ਕਰਨ ਦੇ ਲਾਇਕ ਨਹੀਂ ਸੀ। ਉਸ ਵੇਲੇ ਤੱਕ ਪਾਣੀ ਦਾ ਗਲਾਸ ਲੈਣ ਲਈ ਵੀ ਮੈਂ ਹੋਰਾਂ ਦੇ ਹੱਥਾਂ ਵੱਲ ਵੇਖਦੀ ਸੀ। ਪਰ ਹਾਂ ਮੇਰੀ ਸੋਚ ਤੇ ਹਾਂ ਮੇਰੀ ਹੀ ਵੱਸ ਸੀ। ਮੇਰੀ ਮੰਮੀ ਪਾਪਾ ਮੈਨੂੰ ਤੇ ਮੇਰੇ ਛੋਟੇ ਭਰਾ ਨੂੰ ਬਹੁਤ ਪਿਆਰ ਕਰਦੇ ਸੀ। ਮੇਰੀ ਭੂਆ ਭਰੀ ਜਵਾਨੀ ਵਿੱਚ ਹੀ ਵਿਧਵਾ ਹੋ ਗਈ ਸੀ। ਉਹਨਾਂ ਦੀ ਕੋਈ ਔਲਾਦ ਨਹੀਂ ਸੀ ਇਸ ਕਰਕੇ ਉਹ ਮੈਨੂੰ ਪਿਆਰ ਕਰਦੀ ਸੀ। ਉਹ ਪਾਪਾ ਤੋਂ ਉਮਰ ਵਿੱਚ ਥੋੜ੍ਹੇ ਵਿੱਚ ਵੱਡੇ ਸੀ। ਮੈਂ ਇਸ ਲਈ ਵੀ ਭੂਆ ਦੇ ਇੰਨੇ ਨੇੜੇ ਸੀ ਕਿਉਂਕਿ ਉਸ ਦੀਆਂ ਗੱਲਾਂ ਮੈਨੂੰ ਬਹੁਤ ਵਧੀਆ ਲੱਗਦੀਆਂ ਸੀ। ਸੱਚ ਕਹਿ ਕਿਸੇ ਨੇ, ਬੱਚੇ ਦੀ ਜਿਸ ਤਰ੍ਹਾਂ ਦੇਖਭਾਲ ਹੁੰਦੀ ਹੈ ਬੱਚੇ ਉਸੇ ਤਰ੍ਹਾਂ ਬਣ ਜਾਂਦਾ ਹੈ। ਮੇਰੇ ਨਾਲ ਵੀ ਇੱਦਾਂ ਹੀ ਹੋਇਆ। ਮੇਰੀ ਭੂਆ ਬਹੁਤ ਪੜ੍ਹੀ ਲਿਖੀ ਸੀ ਪਰ ਅੰਧ ਵਿਸ਼ਵਾਸੀ ਵੀ ਬਹੁਤ ਸੀ। ਭੂਆ ਦਾ ਇਹ ਕਹਿਣਾ ਸੀ ਸੁੰਦਰ ਹੋਣਾ, ਸੱਜ ਸਵਰ ਕੇ ਬੈਠਣਾ, ਆਪਣੇ ਘਰ ਵਾਲੇ ਦੀ ਸੇਵਾ ਕਰਨਾ ਤੇ ਬੱਚਿਆਂ ਨੂੰ ਪਾਲਣਾ ਇਹ ਕੰਮ ਕੁੜੀਆਂ ਦੇ ਲਈ ਬਹੁਤ ਜ਼ਰੂਰੀ ਹੈ। ਤੇ ਹੋਰ ਵੀ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਭੂਆ ਨੇ ਮੈਨੂੰ ਬਚਪਨ ਵਿੱਚ ਦੱਸੀਆਂ ਸੀ। ਮੈਂ ਉਹਨਾਂ ਦੀਆਂ ਸਾਰੀਆਂ ਗੱਲਾਂ ਨੂੰ ਮੰਨਦੀ। ਮੈਂ ਸਕੂਲ ਤੋਂ ਘਰ ਵਾਪਸ ਆਉਂਦੀ ਤੇ ਭੂਆ ਦੱਸਦੀ ਕਿ ਭੂਆ ਕੀ ਤੁਹਾਨੂੰ ਪਤਾ ਹੈ ਕਿ ਅੱਜ ਮੇਰੇ ਨਾਲ ਜੱਸੀ ਬੈਠੀ ਸੀ? ਉਹ ਬਹੁਤ ਕਾਲੀ ਸੀ। ਫਿਰ ਭੂਆ ਕਹਿੰਦੀ ਕਿ ਅਸੀਂ ਬ੍ਰਾਹਮਣ ਲੋਕ ਹਾਂ, ਤੂੰ ਟੀਚਰ ਨੂੰ ਨਹੀਂ ਕਹਿ ਸਕਦੀ ਕਿ ਮੈਨੂੰ ਉਹਦੇ ਨਾਲ ਨਾ ਬਿਠਾਇਆ ਕਰੋ। ਇੱਕ ਤਾਂ ਉਹ ਕਾਲੀ ਹੈ, ਉੱਪਰੋਂ ਉਸਦੀ ਜਾਤ ਵੀ ਨੀਵੀਂ ਹੈ। ਫਿਰ ਮੇਰੀ ਭੂਆ ਮੇਰੇ ਤੋਂ ਗੰਗਾ ਜਲ ਛਿੜਕਦੀ ਤੇ ਮੈਨੂੰ ਚੰਗੀ ਤਰ੍ਹਾਂ ਨਵਾਉਂਦੀ। ਪ੍ਰੀਤੀ ਦੇ ਨਾਲ ਮੇਰੀ ਮੁਲਾਕਾਤ 6ਵੀਂ ਕਲਾਸ ਵਿੱਚ ਹੋਈ ਸੀ। ਵੈਸੇ ਤਾਂ ਕਲਾਸ ਵਿੱਚ ਬਹੁਤ ਸਾਰੀਆਂ ਕੁੜੀਆਂ ਸੀ ਪਰ ਉਹ ਬਹੁਤ ਸੋਹਣੀ ਸੀ। ਸ਼ਾਇਦ ਇਹੀ ਖੂਬੀ ਸੀ ਉਹਦੇ ਵਿੱਚ ਜਿੱਦਾਂ ਕਰਕੇ ਮੈਂ ਉਹਦੇ ਨਾਲ ਦੋਸਤੀ ਕਰ ਲਈ। ਪ੍ਰੀਤੀ ਪਹਿਲੀ ਵਾਰ ਮੇਰੇ ਘਰ ਆਈ ਤੇ ਮੈਂ ਆਪਣੇ ਘਰ ਦੱਸਿਆ ਕਿ ਇਹ ਮੇਰੀ ਸਹੇਲੀ ਪ੍ਰੀਤੀ ਹੈ। ਪੜ੍ਹਨ ਵਿੱਚ ਬਹੁਤ ਹੁਸ਼ਿਆਰ ਸੀ ਪਰ ਮੇਰੀ ਭੂਆ ਨੂੰ ਪੜ੍ਹਾਈ ਲਿਖਾਈ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਦੂਜੇ ਦਿਨ ਸਕੂਲ ਗਈ ਤਾਂ ਜੱਸੀ ਮੇਰੇ ਨਾਲ ਬੈਠੀ ਸੀ। ਕਹਿੰਦੀ ਸਹੇਲੀ ਤਾਂ ਬਹੁਤ ਸੋਹਣੀ ਹੈ, ਗੋਰੀ ਬਣਾਈ ਹੈ। 12ਵੀਂ ਕਲਾਸ ਵਿੱਚ ਮੈਂ ਚੰਗੇ ਨੰਬਰ ਲੈ ਕੇ ਪਾਸ ਕੀਤੀ ਤੇ ਮੈਂ ਕਾਲਜ ਵਿੱਚ ਦਾਖਲਾ ਲੈ ਲਿਆ। ਪ੍ਰੀਤੀ ਵੀ ਮੇਰੇ ਨਾਲ ਹੀ ਸੀ। ਅਸੀਂ ਸੋਚਿਆ ਸੀ ਕਿ ਅਸੀਂ ਕਦੇ ਵੀ ਵੱਖ ਨਹੀਂ ਹੋਣਾ। ਸਮੇਂ ਦੇ ਨਾਲ ਨਾਲ ਹੀ ਸਾਡੀ ਦੋਸਤੀ ਹੋਰ ਵੀ ਵੱਧ ਗਈ। ਫਿਰ ਜਦੋਂ ਕਾਲਜ ਤੋਂ ਮੈਂ ਬਿਊਟੀ ਦੀ ਕੁਈਨ ਬਣੀ ਤਾਂ ਸਾਰੇ ਮੈਨੂੰ ਕੁਈਨ ਕਹਿ ਕੇ ਬੁਲਾਉਂਦੇ। ਸਿਰਫ ਇੱਕ ਪ੍ਰੀਤੀ ਹੀ ਸੀ ਜੋ ਮੈਨੂੰ ਸਹਿਜਲ ਕਹਿ ਕੇ ਬੁਲਾਉਂਦੀ ਸੀ। ਉਹ ਮੈਨੂੰ ਕਹਿੰਦੀ ਕਿ ਸਹਿਜਲ ਤੂੰ ਕਿਹੜਾ ਕੋਰਸ ਕਰਨਾ ਚਾਹੁੰਦੀ ਆ, NCC ਜਾਂ NSS? ਅਸੀਂ ਇਹਨਾਂ ਦੋਵਾਂ ਵਿੱਚੋਂ ਕੋਈ ਇੱਕ ਚੁਣਨਾ ਸੀ। ਮੈਂ ਫਿਰ NCC ਨੂੰ ਚੁਣਿਆ ਕਿਉਂਕਿ ਉਸ ਵਿੱਚ ਕਾਲਜ ਦੇ ਬਾਹਰ ਸਟੇਡੀਅਮ ਵਿੱਚ ਲਿਜਾਇਆ ਜਾਂਦਾ ਪਰ ਪ੍ਰੀਤੀ ਨੇ NSS ਚੁਣਿਆ ਸੀ। ਉਸ ਤਰ੍ਹਾਂ ਦੀ
ਉਸੇ ਤਰ੍ਹਾਂ ਹੀ ਪ੍ਰੀਤੀ ਨੇਤਰਹੀਣ ਕੁੜੀਆਂ ਦਾ ਪ੍ਰੋਜੈਕਟ ਲਿਆ। ਉਸ ਦਾ ਕੰਮ ਸੀ ਖਾਲੀ ਪੀਰੀਅਡ ਵਿੱਚ ਨੇਤਰਹੀਣ ਕੁੜੀਆਂ ਨੂੰ ਪੜ੍ਹਾਉਣਾ। ਇੱਕ ਦਿਨ ਮੈਨੂੰ ਉਹਨਾਂ ਨੇ ਦੱਸਿਆ ਕਿ ਮੈਂ ਖਿੱਝ ਕੇ ਬੋਲੀ, ਦੇਖ ਪ੍ਰੀਤੀ, ਤੂੰ ਉਹਨਾਂ ਕੁੜੀਆਂ ਨੂੰ ਪੜ੍ਹਾਉਂਦੀ ਆ, ਇਹ ਭਲਾਈ ਦਾ ਕੰਮ ਹੈ, ਪਰ ਇਹ ਡੋਨਰ ਕਾਰਡ ਦਾ ਕੀ ਚੱਕਰ ਪਾ ਦਿੱਤਾ ਤੂੰ। ਪ੍ਰੀਤੀ ਕਹਿੰਦੀ, ਸਹਿਜਲ, ਨੇਤਰਹੀਣ ਕੁੜੀਆਂ ਦੀ ਤਕਲੀਫ ਦੇਖ ਕੇ ਮੇਰਾ ਮਨ ਭਰ ਜਾਂਦਾ। ਅਸੀਂ ਇਹਨਾਂ ਨਾਲ ਗੱਲਾਂ ਕਰ ਸਕਦੇ ਹਾਂ, ਪਰ ਤੂੰ ਜਾਣਦੀ ਆ ਕਿ ਮੈਂ ਇਹਨਾਂ ਦਾ ਪੂਰਾ ਧਿਆਨ ਰੱਖਦੀ ਹਾਂ। ਪ੍ਰੀਤੀ, ਮੈਨੂੰ ਵੀ ਉਹਨਾਂ ਦੇ ਬਹੁਤ ਤਰਸ ਆਉਂਦਾ ਹੈ। ਨਹੀਂ ਸਹਿਜਲ, ਇਹਨਾਂ ਦੇ ਬਾਰੇ ਗਲਤ ਨਾ ਸੋਚ, ਬਸ ਇਹਨਾਂ ਨੂੰ ਸਾਡੀ ਮਦਦ ਦੀ ਲੋੜ ਹੁੰਦੀ ਹੈ। ਅਸੀਂ ਇਹਨਾਂ ਦੀ ਲੋੜਾਂ ਨੂੰ ਪੂਰੀਆਂ ਕਰ ਸਕਦੇ ਹਾਂ। ਇਹ ਕੁੜੀਆਂ ਬਹੁਤ ਮਿਹਨਤੀ ਹੈ, ਕੀ ਤੂੰ ਜਾਣਦੀ ਹੈ, ਸਾਨੂੰ ਤਾਂ ਬਣੇ ਬਣਾਏ ਨੋਟਿਸ ਗਾਈਡ ਦੁਕਾਨਾਂ ਤੋਂ ਮਿਲ ਜਾਂਦੇ ਆ, ਪਰ ਇਹਨਾਂ ਸਾਰੇ ਲੋਕਾਂ ਨੂੰ ਪਹਿਲਾਂ ਕਿਸੇ ਦੀ ਮਦਦ ਨਾਲ ਉੱਤਰ ਲਿਖਦੇ ਆ, ਫਿਰ ਉਹਨਾਂ ਨੂੰ ਯਾਦ ਕਰਦੇ ਆ। ਫਿਰ ਤੂੰ ਡੋਨਰ ਕਾਰਡ ਕਿਉਂ ਬਣਾਇਆ? ਵਾਹ, ਉਹ ਕਹਿੰਦੀ, ਮੈਂ ਜਾਣਦੀ ਹਾਂ ਕਿ ਕਿਸੇ ਦੇ ਮਰਨ ਤੋਂ ਬਾਅਦ ਉਸ ਦੀਆਂ ਅੱਖਾਂ ਕੁਝ ਘੰਟਿਆਂ ਵਿੱਚ ਹੀ ਦਾਨ ਕਰਨੀਆਂ ਹੁੰਦੀਆਂ। ਬਸ ਇਹੀ ਸੋਚ ਮੇਰਾ ਮਨ ਦੁਖੀ ਹੋ ਗਿਆ। ਪ੍ਰੀਤੀ ਹੱਸ ਪਈ ਤੇ ਕਹਿੰਦੀ ਕਿ ਸਹਿਜਲ, ਮਰਨਾ ਤਾਂ ਸਾਰਿਆਂ ਨੇ ਹੀ ਹੈ ਇੱਕ ਦਿਨ, ਪਰ ਆਪਣੇ ਜੀਂਦੇ ਜੀ ਅਸੀਂ ਕਿਸੇ ਦੇ ਕੰਮ ਆਈਏ, ਇਹ ਤਾਂ ਬਹੁਤ ਚੰਗੀ ਗੱਲ ਹੈ। ਮੈਂ ਕਿਹਾ, ਤੈਨੂੰ ਨਹੀਂ, ਡੋਨਰ ਕਾਰਡ ਹਰ ਸਮੇਂ ਮੌਤ ਦਾ ਅਹਿਸਾਸ ਦਿਵਾਉਂਦਾ ਰਹੂਗਾ। ਪ੍ਰੀਤੀ ਕੁਝ ਨਹੀਂ ਬੋਲੀ ਤੇ ਉਹ ਗੁੱਸੇ ਵਿੱਚ ਉੱਥੋਂ ਚਲੀ ਗਈ। ਪ੍ਰੀਤੀ ਕਹਿੰਦੀ ਕਿ ਸਹਿਜਲ, ਮੇਰੀ ਮੰਨ, ਤੂੰ ਵੀ ਇਹ ਕਾਰਡ ਭਰ ਦੇ। ਮੈਂ ਹੱਸ ਪਈ ਤੇ ਉੱਥੋਂ ਚਲੀ ਗਈ। ਪਰ ਘਰ ਪਹੁੰਚ ਕੇ ਭੂਆ ਨੂੰ ਦੱਸਿਆ ਤੇ ਭੂਆ ਹੈਰਾਨ ਸੀ ਕਿ ਮੇਰੀ ਸਹੇਲੀ ਮੈਨੂੰ ਇੱਦਾਂ ਕਿਉਂ ਕਹਿ ਸਕਦੀ ਹੈ। ਮੰਮੀ ਨੇ ਭੂਆ ਨੂੰ ਕਿਹਾ ਕਿ ਇਹਦੇ ਵਿੱਚ ਬੁਰਾਈ ਕੀ ਹੈ ਦੀਦੀ। ਮੰਮੀ ਦੇ ਇਹ ਗੱਲ ਕਹਿਣ ਤੇ ਭੂਆ ਭੜਕ ਉੱਠੀ। ਤੂੰ ਬੁਰਾਈ ਦੀ ਗੱਲ ਕਰਦੀ ਪਈ ਆ? ਤੂੰ ਜਾਣਦੀ ਵੀ ਆ ਕਿ ਮਰਨ ਤੋਂ ਬਾਅਦ ਕੋਈ ਅੰਗ ਕੱਢ ਦਿੱਤਾ ਜਾਵੇ ਤਾਂ ਉਹ ਅਗਲੇ ਜਨਮ ਵਿੱਚ ਬਿਨਾਂ ਅੰਗ ਤੋਂ ਜਨਮ ਲੈਂਦਾ ਹੈ। ਭੂਆ ਦੀ ਗੱਲ ਸੁਣ ਤੇ ਮੰਮੀ ਨੇ ਸਿਰ ਹਿਲਾਇਆ ਤੇ ਚਲੀ ਗਈ। ਵੈਸੇ ਵੀ ਮੰਮੀ ਦੀ ਭੂਆ ਦੇ ਅੱਗੇ ਨਹੀਂ ਚੱਲਦੀ, ਪਰ ਭੂਆ ਦੇ ਮੂੰਹੋਂ ਅਗਲੇ ਜਨਮ ਵਿੱਚ ਅੰਗਹੀਣ ਹੋਣ ਦੀ ਗੱਲ ਸੁਣ ਮੈਂ ਵੀ ਹੈਰਾਨ ਰਹਿ ਗਈ। ਮੈਂ ਸੋਚਿਆ, ਉਦੋਂ ਉਮਰ ਕੀ ਸੀ ਮੇਰੀ? ਸਿਰਫ 18 ਸਾਲ। ਕਾਲਜ ਵਿੱਚ ਮੇਰਾ ਪਹਿਲਾ ਸਾਲ ਸੀ। ਮੈਂ ਪ੍ਰੀਤੀ ਨੂੰ ਬਹੁਤ ਸਮਝਾਉਣ ਦੀ ਕੋਸ਼ਿਸ਼ ਕੀਤੀ, ਪਰ ਉਸਨੇ ਮੇਰੀ ਇੱਕ ਨਾ ਮੰਨੀ ਤੇ ਉਹਨੇ ਡੋਨਰ ਕਾਰਡ ਬਣਾ ਕੇ ਹੀ ਸਾਹ ਲਿਆ। ਪ੍ਰੀਤੀ ਨੇ ਕਾਲਜ ਦੇ ਪਹਿਲੇ ਤੇ ਦੂਸਰੇ ਸਾਲ ਉਹਨਾਂ ਨੂੰ ਬਹੁਤ ਪੜ੍ਹਾਇਆ ਸੀ। ਉਹਦੇ ਕੋਲ ਇੱਕ ਰਿਕਾਰਡ ਸੀ। ਮੈਨੂੰ NCC ਵਿੱਚ ਕੋਈ ਸਰਟੀਫਿਕੇਟ ਨਹੀਂ ਸੀ ਮਿਲਿਆ। ਫਿਰ ਪਰੇਡ ਵਿੱਚ ਮੇਰਾ ਗੋਰਾ ਸਰੀਰ ਕਾਲਾ ਹੋਣ ਲੱਗਿਆ। ਜਦੋਂ ਭੂਆ ਨੇ ਮੇਰਾ ਗੋਰਾ ਰੰਗ ਸਾਂਵਲਾ ਹੁੰਦਾ ਵੇਖਿਆ ਤਾਂ ਉਹਨਾਂ ਨੇ ਮੈਨੂੰ ਪਰੇਡ ਜਾਣ ਤੋਂ ਰੋਕ ਲਗਾ ਦਿੱਤੀ। ਮਨ ਵਿੱਚ ਤਾਂ ਮੈਂ ਵੀ ਇਹੀ ਚਾਹੁੰਦੀ ਸੀ। ਫਿਰ ਇੱਕ ਦਿਨ ਪ੍ਰੀਤੀ ਕਾਲਜ ਆਈ ਤਾਂ ਉਹਨੂੰ ਦੇਖ ਕੇ ਮੇਰਾ ਹਾਸਾ ਨਿਕਲ ਗਿਆ। ਫਿਰ 3 ਦਿਨ ਬਾਅਦ ਮੈਂ ਉਹਨੂੰ ਇੱਕ ਦੁਕਾਨ 'ਤੇ ਲੈ ਕੇ ਗਈ। ਉਹ ਮੈਨੂੰ ਕਹਿੰਦੀ ਕਿ ਸਹਿਜਲ, ਤੂੰ ਮੈਨੂੰ ਕਿੱਥੇ ਲੈ ਆਈ? ਪ੍ਰੀਤੀ ਨੇ ਮੈਨੂੰ ਹੈਰਾਨੀ ਨਾਲ ਪੁੱਛਿਆ। ਦੁਕਾਨ 'ਤੇ ਲੱਗੇ ਬੋਰਡ ਵੱਲ ਵੇਖਿਆ, ਇਸ਼ਾਰਾ ਕਰਕੇ ਕਿਹਾ, ਪੜ੍ਹ ਲਾ, ਆਪਾਂ ਕਿੱਥੇ ਖੜੇ ਹਾਂ। ਇਹ ਤਾਂ ਕਨੈਕਟ ਲੈਂਸ ਦੀ ਦੁਕਾਨ ਹੈ। ਦਰਅਸਲ ਪ੍ਰੀਤੀ ਦੇ ਐਨਕ ਲੱਗੀ ਹੋਈ ਸੀ। ਮੈਨੂੰ ਉਹਦਾ ਐਨਕ ਲਾਉਣਾ ਬਿਲਕੁਲ ਪਸੰਦ ਨਹੀਂ ਸੀ। ਮੈਂ ਬਹੁਤ ਜਿੱਦ ਕਰਨ ਲੱਗੀ। ਮੇਰੀ ਜਿੱਦ ਕਰਨ ਤੋਂ ਬਾਅਦ ਵੀ ਪ੍ਰੀਤੀ ਰਾਜੀ ਨਹੀਂ ਹੋਈ। ਫਿਰ ਮੈਂ ਗੁੱਸੇ ਹੋ ਕੇ ਉਸ ਨਾਲ ਬੋਲਣਾ ਬੰਦ ਕਰ ਦਿੱਤਾ। ਫਿਰ ਇੱਕ ਦਿਨ ਉਸ ਨੇ ਆਪਣੀ ਹਾਰ ਮੰਨ ਕੇ ਲੈਂਸ ਪਵਾ ਲਏ, ਕਿਉਂਕਿ ਮੈਂ ਜਾਣਦੀ ਸੀ ਕਿ ਉਹ ਮੈਨੂੰ ਬੁਲਾਏ ਬਿਨਾਂ ਨਹੀਂ ਰਹਿ ਸਕਦੀ। ਤੀਜੇ ਸਾਲ ਵਿੱਚ ਵੀ ਉਸਨੇ ਨੇਤਰਹੀਣ ਲੜਕੀਆਂ ਦਾ ਪ੍ਰੋਜੈਕਟ ਜਾਰੀ ਰੱਖਿਆ। ਪ੍ਰੀਤੀ ਕਾਰ ਚਲਾਉਣਾ ਸਿੱਖ ਰਹੀ ਸੀ। ਜਦੋਂ ਉਹਨੇ ਚੰਗੀ ਤਰ੍ਹਾਂ ਸਿੱਖ ਲਈ, ਮੈਂ ਰੋਜ਼ ਉਹਦੇ ਨਾਲ ਕਾਲਜ ਆਉਣ ਜਾਣ ਲੱਗੀ। ਇੱਕ ਦਿਨ ਪ੍ਰੀਤੀ ਘਰ ਆਈ ਤੇ ਗੱਲਾਂ ਵਿੱਚ ਹੀ ਪਾਪਾ ਨੇ ਕਿਹਾ, ਉਹਨਾਂ ਦੇ ਦੋਸਤ ਦੀ ਬੇਟੀ ਦਾ ਵਿਆਹ ਹੈ ਤੇ ਮੈਂ ਆਫਿਸ ਤੋਂ ਸਿੱਧਾ ਚਲਾ ਜਾਵਾਂਗਾ। ਅਸੀਂ ਸਾਰਿਆਂ ਨੇ ਵੀ ਉੱਥੇ ਪਹੁੰਚਣਾ। ਪ੍ਰੋਬਲਮ ਇਹ ਸੀ ਕਿ ਵਿਆਹ ਸ਼ਹਿਰ ਤੋਂ ਬਾਹਰ ਸੀ। ਟੈਕਸੀ ਵਿੱਚ ਜਾਣ ਲਈ ਭੂਆ ਤਿਆਰ ਨਹੀਂ ਸੀ। ਫਿਰ ਪ੍ਰੀਤੀ ਨੇ ਸਾਡੇ ਪਰਿਵਾਰ ਨੂੰ ਵਿਆਹ ਵਿੱਚ ਲਿਜਾਣ ਲਈ ਪਾਪਾ ਨੂੰ ਹਾਂ ਕਰ ਦਿੱਤੀ ਤੇ ਕਹਿੰਦੀ, ਮੈਂ ਇਹਨਾਂ ਨੂੰ ਵਿਆਹ 'ਤੇ ਲੈ ਜਾਊਂਗੀ। ਉਸ ਦਿਨ ਪ੍ਰੀਤੀ ਦੁਪਹਿਰ ਨੂੰ ਸਾਡੇ ਘਰ ਆ ਗਈ ਤੇ ਉਹ ਬਹੁਤ ਥੱਕੀ ਹੋਈ ਲੱਗਦੀ ਸੀ। ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸਨ। ਉਹ ਕਾਫੀ ਦੇਰ ਸੁੱਤੀ ਰਹੀ। ਜਦੋਂ ਮੈਂ ਉਸ ਨੂੰ ਦੱਸਿਆ ਕਿ ਸਾਨੂੰ ਹਨੇਰਾ ਹੋ ਰਿਹਾ ਹੈ ਤੇ ਉਹ ਫਟਾਫਟ ਉੱਠੀ ਤੇ ਛੇਤੀ ਨਾਲ ਤਿਆਰ ਹੋ ਗਈ। ਤਿਆਰ ਹੁੰਦੇ ਹੀ ਪ੍ਰੀਤੀ ਨੇ ਮੈਨੂੰ ਆਪਣਾ ਬੈਗ ਫੜਾ ਦਿੱਤਾ ਸੀ, ਜਿਹੜਾ ਮੈਂ ਬੈੱਡ 'ਤੇ ਰੱਖ ਦਿੱਤਾ। ਮੈਂ ਮੰਮੀ ਤੇ ਭੂਆ ਦੇ ਨਾਲ ਜਦੋਂ ਬਾਹਰ ਆਈ, ਵੇਖਿਆ ਕਿ ਪ੍ਰੀਤੀ ਪਿਛਲੀ ਸੀਟ ਤੋਂ ਸਮਾਨ ਪਰੇ ਰੱਖ ਰਹੀ ਸੀ। ਮੈਂ ਪ੍ਰੀਤੀ ਦੇ ਨਾਲ ਅਗਲੀ ਸੀਟ 'ਤੇ ਬੈਠ ਗਈ। ਮੰਮੀ, ਭੂਆ ਤੇ ਸੋਨੂ ਪਿਛਲੀ ਸੀਟ 'ਤੇ ਬੈਠ ਗਏ। ਕੁਝ ਸਮੇਂ ਬਾਅਦ ਪ੍ਰੀਤੀ ਨੇ ਮੇਰੇ ਤੋਂ ਆਪਣਾ ਬੈਗ ਮੰਗਿਆ ਤੇ ਮੈਂ ਕਿਹਾ, ਸੌਰੀ ਪ੍ਰੀਤੀ, ਉਹ ਤਾਂ ਸ਼ਾਇਦ ਮੇਰੇ ਘਰ ਹੀ ਭੁੱਲ ਆਈ। ਸਹਿਜਲ, ਮੈਂ ਤੈਨੂੰ ਕਿਹਾ ਸੀ ਨਾ ਕਿ ਬੈਗ ਤੂੰ ਕਾਰ ਵਿੱਚ ਰੱਖ ਦੇ। ਪ੍ਰੀਤੀ, ਬੇਟਾ, ਜੇਕਰ ਬੈਗ ਬਹੁਤ ਜ਼ਰੂਰੀ ਹੈ ਤਾਂ ਆਪਾਂ
ਇੱਦਾਂ ਦੂਰ ਨਹੀਂ ਹੈ, ਵਾਪਸ ਘਰ ਚਲੇ ਜਾਂਦੇ ਆ। ਮੰਮੀ ਦੀ ਇਹ ਗੱਲ ਸੁਣ ਕੇ ਭੂਆ ਭੜਕ ਉੱਠੀ ਤੇ ਬੋਲੀ, ਅੱਧੇ ਰਾਹ 'ਚ ਵਾਪਸ ਮੁੜਨਾ ਮਾੜਾ ਹੁੰਦਾ ਹੈ। ਭੂਆ ਲਗਾਤਾਰ ਬੋਲੀ ਜਾਂਦੀ ਸੀ ਤੇ ਮੰਮੀ ਦਾ ਉਤਰਿਆ ਹੋਇਆ ਚਿਹਰਾ ਪ੍ਰੀਤੀ ਦੇ ਸ਼ੀਸ਼ੇ ਵਿੱਚ ਦੇਖ ਲਿਆ ਸੀ ਤੇ ਉਹ ਸ਼ਾਂਤ ਸੁਭਾਅ ਨਾਲ ਮੰਮੀ ਨੂੰ ਬੋਲੀ, ਨਹੀਂ ਆਂਟੀ ਠੀਕ ਹੈ, ਘਰ ਵਾਪਸ ਜਾਂਦੇ ਹੋਏ ਲੈ ਜਾਊਂਗੀ। ਅਸੀਂ ਰਾਹ ਵਿੱਚ ਹੀ ਪਾਪਾ ਦਾ ਫੋਨ ਆ ਗਿਆ। ਭੂਆ ਨੇ ਉਹਨਾਂ ਦੇ ਨਾਲ ਗੱਲ ਕੀਤੀ। ਭੂਆ ਪ੍ਰੀਤੀ ਨੂੰ ਕਹਿੰਦੀ, ਥੋੜ੍ਹਾ ਜਿਹਾ ਤੇਜ਼ ਚਲਾ, ਤੂੰ ਬੈਲ ਗੱਡੀ ਚਲਾਉਂਦੀ ਪਈ ਆ। ਭੂਆ ਕਹਿੰਦੀ ਕਿ ਮੇਰਾ ਭਰਾ ਪਰੇਸ਼ਾਨ ਹੁੰਦਾ ਪਿਆ ਹੈ, ਆ ਕੀ ਅਜੇ ਤੱਕ ਆਪਾਂ ਉੱਥੇ ਪਹੁੰਚੇ ਨਹੀਂ। ਉਹ ਕਹਿੰਦੀ ਠੀਕ ਹੈ ਭੂਆ ਜੀ। ਪ੍ਰੀਤੀ ਨੇ ਗੱਡੀ ਤੇਜ਼ ਕਰਤੀ। ਗੱਡੀ ਦੀ ਰਫ਼ਤਾਰ ਬਹੁਤ ਵਧੀਆ ਸੀ। ਭੂਆ ਕੁਝ ਨਾ ਕੁਝ ਕਹਿਣ ਤੋਂ ਨਹੀਂ ਟਾਲਦੀ। ਉਹਨਾਂ ਨੇ ਫਿਰ ਪ੍ਰੀਤੀ ਨੂੰ ਕਿਹਾ ਕਿ ਲੱਗਦਾ ਪ੍ਰੀਤੀ ਕੱਲ੍ਹ ਤੱਕ ਤਾਂ ਪਹੁੰਚ ਹੀ ਜਾਵਾਂਗੇ, ਤੈਨੂੰ ਇਹ ਗੱਡੀ ਚਲਾਉਣੀ ਆਉਂਦੀ ਵੀ ਹੈ। ਭੂਆ ਦੀ ਇਹ ਗੱਲ ਸੁਣ ਸੋਨੂੰ ਨੂੰ ਚੰਗੀ ਨਹੀਂ ਲੱਗੀ। ਉਹ ਭੂਆ ਨੂੰ ਕਹਿਣ ਲੱਗਾ ਕਿ ਭੂਆ ਜੀ ਹੁਣ ਬੱਸ ਵੀ ਕਰੋ। ਭੂਆ ਫਿਰ ਭੜਕਣ ਲੱਗ ਗਈ। ਮੰਮੀ ਉਹਨਾਂ ਦੋਵਾਂ ਨੂੰ ਚੁੱਪ ਕਰਾਉਣ ਲੱਗੀ। ਮੈਂ ਉੱਚੀ ਆਵਾਜ਼ਾਂ ਵਿੱਚ ਚੀਕ ਮਾਰ ਕੇ ਪ੍ਰੀਤੀ ਨੂੰ ਸਾਹਮਣੇ ਦੇਖ। ਪ੍ਰੀਤੀ ਨੇ ਇੱਕਦਮ ਬ੍ਰੇਕ ਲਾਈ। ਫਿਰ ਇੱਕ ਤੇਜ਼ ਧਮਾਕਾ ਹੋਇਆ ਤੇ ਦਰਦ ਦੀ ਲਹਿਰ ਮੇਰੇ ਪੂਰੇ ਸਰੀਰ ਵਿੱਚ ਫੈਲ ਗਈ। ਫਿਰ ਮੈਨੂੰ ਕੁਝ ਨਾ ਦਿਖਿਆ। ਮੇਰੇ ਪੂਰੇ ਸਰੀਰ ਵਿੱਚ ਦਰਦ ਹੁੰਦਾ ਸੀ, ਸਿਰ ਭਾਰਾ ਹੋ ਗਿਆ ਸੀ। ਹੱਥ ਚੁੱਕਣ ਦੀ ਕੋਸ਼ਿਸ਼ ਕਰਦੀ ਪਰ ਚੁੱਕ ਨਹੀਂ ਹੁੰਦਾ। ਅੱਖਾਂ ਵੀ ਨਹੀਂ ਸੀ ਖੁੱਲ੍ਹਦੀਆਂ ਪਈਆਂ। ਫਿਰ ਹਸਪਤਾਲ ਵਿੱਚ ਮੈਨੂੰ ਯਾਦ ਆਇਆ ਕਿ ਸਾਡਾ ਤਾਂ ਐਕਸੀਡੈਂਟ ਹੋਇਆ ਹੈ। ਮੈਂ ਆਪਣੇ ਭਰਾ ਨੂੰ ਉੱਚੀ ਆਵਾਜ਼ ਮਾਰੀ, ਸੋਨੂੰ ਸੋਨੂੰ, ਮੈਨੂੰ ਕੁਝ ਨਹੀਂ ਦਿਖਦਾ। ਮੇਰਾ ਹੱਥ ਵੀ ਨਹੀਂ ਸੀ ਚੁੱਕ ਹੁੰਦਾ, ਕੰਬਣ ਲੱਗੀ। ਫਿਰ ਮੈਨੂੰ ਯਾਦ ਆਇਆ ਕਿ ਮੇਰਾ ਭਰਾ ਤਾਂ ਪਿੱਛੇ ਬੈਠਾ ਸੀ। ਫਿਰ ਮੈਂ ਸੋਨੂੰ ਨੂੰ ਪੁੱਛਿਆ ਕਿ ਅਸੀਂ ਕਿੱਥੇ ਹਾਂ। ਸਾਡੇ ਤੇ ਟਰੱਕ ਨਾਲ ਟੱਕਰ ਹੋਈ ਸੀ, ਕਿ ਆਪਾਂ ਹੁਣ ਘਰ ਵਿੱਚ ਹਾਂ। ਸੋਨੂੰ ਕਹਿੰਦਾ, ਹਾਂ ਅਸੀਂ ਠੀਕ ਹਾਂ ਦੀਦੀ। ਉਹਦੇ ਇਹ ਕਹਿਣ 'ਤੇ ਮੈਨੂੰ ਕੁਝ ਤਸੱਲੀ ਹੋਈ। ਫਿਰ ਮੈਂ ਬਾਕੀ ਸਾਰਿਆਂ ਦਾ ਕੁਝ ਪੁੱਛਿਆ ਤਾਂ ਅਚਾਨਕ ਇੱਕ ਆਵਾਜ਼ ਆਈ, ਮਿਸਟਰ ਇੰਡੀਆ, ਇਹਨਾਂ ਦੇ ਇੰਜੈਕਸ਼ਨ ਲਾ ਦਿੱਤਾ। ਮੈਂ ਸੋਨੂੰ ਨੂੰ ਕਿਹਾ ਕਿ ਕੋਈ ਮਿਸਟਰ ਕਹਿੰਦਾ ਪਿਆ ਹੈ, ਅਸੀਂ ਕਿੱਥੇ ਹਾਂ। ਕਹਿੰਦਾ ਦੀਦੀ ਆਪਾਂ ਹਸਪਤਾਲ ਵਿੱਚ ਹਾਂ। ਮੈਂ ਪੁੱਛਿਆ ਮੰਮੀ, ਪ੍ਰੀਤੀ ਅਤੇ ਭੂਆ। ਉਹ ਕਹਿੰਦੇ ਸਾਰੇ ਵੱਖਰੇ ਵੱਖਰੇ ਕਮਰਿਆਂ ਵਿੱਚ ਹਨ। ਫਿਰ ਪਾਪਾ ਨੇ ਮੇਰੇ ਸਿਰ 'ਤੇ ਹੱਥ ਰੱਖਿਆ ਤੇ ਮੈਨੂੰ ਆਰਾਮ ਜਿਹਾ ਮਹਿਸੂਸ ਹੋਇਆ। ਪਾਪਾ ਨੇ ਕਿਹਾ, ਸਹਿਜਲ ਤੂੰ ਠੀਕ ਹੈ ਬੇਟਾ। ਮੈਂ ਕਿਹਾ ਪਾਪਾ ਮੈਂ ਠੀਕ ਨਹੀਂ ਹਾਂ, ਮੈਨੂੰ ਦਰਦ ਹੁੰਦਾ ਪਈ ਹੈ, ਮੈਂ ਤੁਹਾਨੂੰ ਦੇਖ ਨਹੀਂ ਸਕਦੀ। ਪਾਪਾ ਮੈਨੂੰ ਕੀ ਹੋਇਆ? ਮੈਂ ਉੱਚੀ ਉੱਚੀ ਰੋਣ ਲੱਗੀ। ਮੈਨੂੰ ਕਿਸੇ ਨੇ 2 ਹੱਥਾਂ ਨਾਲ ਫੜਿਆ ਤੇ ਮੇਰੀ ਬਾਂਹ 'ਤੇ ਇੰਜੈਕਸ਼ਨ ਲਗਾ ਦਿੱਤਾ। ਫਿਰ ਮੇਰਾ ਦਿਮਾਗ ਸੁੰਨ ਹੋ ਗਿਆ। ਇੱਦਾਂ ਹੀ ਕਈ ਦਿਨ ਤੱਕ ਚੱਲਦਾ ਰਿਹਾ। ਮੈਂ ਆਪਣੀਆਂ ਅੱਖਾਂ ਦੇ ਬਾਰੇ ਪੁੱਛਦੀ, ਕੋਈ ਚੰਗੀ ਜਵਾਬ ਨਹੀਂ ਮਿਲਦਾ। ਮੇਰੀ ਦੁਨੀਆ ਤਾਂ ਸਿਰਫ ਦੁੱਖਾਂ ਦੇ ਆਵਾਜ਼ ਤੱਕ ਹੀ ਸੀਮਿਤ ਰਹਿ ਗਈ ਸੀ। ਕੌਣ ਆਉਂਦਾ, ਕੌਣ ਜਾਂਦਾ, ਮੈਨੂੰ ਕੁਝ ਪਤਾ ਨਹੀਂ ਲੱਗਦਾ। ਮੈਨੂੰ ਤਾਂ ਬਸ ਪੈਰਾਂ ਦੀ ਆਵਾਜ਼ ਸੁਣਾਈ ਦਿੰਦੀ ਤੇ ਪਤਾ ਲੱਗ ਜਾਂਦਾ ਕੋਈ ਹੈਗਾ ਹੈ। ਮੇਰੇ ਕੋਲ ਕੁਝ ਦਿਨਾਂ ਬਾਅਦ ਮੰਮੀ ਮਿਲਣ ਆਈ ਤੇ ਮੰਮੀ ਅੱਖਾਂ ਉੱਤੇ ਪੱਟੀ ਬੰਨੀ ਨੂੰ ਹੌਲੀ ਜਿਹੇ ਹੱਥ ਲਾਇਆ। ਮੰਮੀ ਨੇ ਕੰਬਦੇ ਹੋਏ ਹੱਥ ਉਹਨਾਂ ਦੀ ਕਮਜ਼ੋਰੀ ਦੱਸਦੇ ਪਏ ਸੀ, ਕਿਉਂਕਿ ਉਹ ਵੀ ਬਹੁਤ ਫਿਕਰ ਕਰਦੇ ਸੀ। ਫਿਰ 12 ਦਿਨਾਂ ਬਾਅਦ ਮੈਨੂੰ ਭੂਆ ਮਿਲਣ ਆਈ। ਖਿੜਕੀ ਦੇ ਕੋਲ ਬੈਠੇ ਹੋਣ ਕਰਕੇ ਸ਼ੀਸ਼ਿਆਂ ਦੇ ਟੁਕੜੇ ਵੀ ਮੇਰੇ ਮੋਢਿਆਂ ਵਿੱਚ ਕੁੱਭ ਗਏ ਸੀ। ਭੂਆ ਮੈਨੂੰ ਮਿਲਦੇ ਹੀ ਰੋਣ ਲੱਗ ਗਈ। ਸਹਿਜਲ ਤੂੰ ਠੀਕ ਹੈ? ਮੰਮੀ ਬੋਲੀ ਕਿ ਸੋਨੂੰ ਨੂੰ ਭੂਆ ਨੂੰ ਲੈ ਜਾ। ਮੈਂ ਮੰਮੀ ਨੂੰ ਕਿਹਾ ਕਿ ਮੰਮੀ ਪ੍ਰੀਤੀ ਠੀਕ ਹੈ, ਉਹ ਮੈਨੂੰ ਹਜੇ ਤੱਕ ਮਿਲਣ ਕਿਉਂ ਨਹੀਂ ਆਈ। ਮੰਮੀ ਨੇ ਕਿਹਾ ਕਿ ਜਿਸ ਤਰ੍ਹਾਂ ਤੈਨੂੰ ਸੱਟਾਂ ਲੱਗੀਆਂ ਹੈ, ਉਸੇ ਤਰ੍ਹਾਂ ਵੀ ਬਹੁਤ ਸਾਰੀਆਂ ਸੱਟਾਂ ਲੱਗੀਆਂ, ਠੀਕ ਹੋ ਕੇ ਉਹ ਤੈਨੂੰ ਜ਼ਰੂਰ ਮਿਲਣ ਆਊਗੀ। ਮੰਮੀ ਦੀ ਆਵਾਜ਼ ਕੰਬ ਰਹੀ ਸੀ। ਉਸ ਤੋਂ ਬਾਅਦ ਮੈਂ ਉਸ ਦਿਨ ਇੰਤਜ਼ਾਰ ਕਰ ਰਹੀ ਸੀ ਕਿ ਇਸ ਦਿਨ ਮੇਰੀਆਂ ਅੱਖਾਂ ਤੋਂ ਪੱਟੀ ਖੁੱਲ੍ਹਣੀ ਹੈ। ਮੰਮੀ ਪਾਪਾ ਨੇ ਮੈਨੂੰ ਦੱਸਿਆ ਕਿ ਮੈਂ 4 ਦਿਨ ਤੱਕ ਹੀ ਬੇਹੋਸ਼ ਰਹੀ ਸੀ। ਸਾਹਮਣੇ ਆਉਂਦੇ ਹੋਏ ਤੇਜ਼ ਟਰੱਕ ਨੂੰ ਪ੍ਰੀਤੀ ਦੇਖ ਨਾ ਸਕੀ। ਜਦੋਂ ਦੇਖਿਆ ਤਾਂ ਸੰਭਲਣਾ ਔਖਾ ਸੀ। ਸਾਡੀ ਟਰੱਕ ਨਾਲ ਬਹੁਤ ਤੇਜ਼ੀ ਨਾਲ ਟੱਕਰ ਹੋਈ ਸੀ। ਸਾਨੂੰ ਹਸਪਤਾਲ ਵਿੱਚ ਜਾਂਦੇ ਹੋਏ 3 ਘੰਟੇ ਲੱਗ ਗਏ ਸੀ ਤੇ ਕੱਚ ਦੇ ਟੁਕੜੇ ਮੇਰੇ ਮੂੰਹ ਵਿੱਚ ਖੁੱਭ ਗਏ ਸੀ। ਘੜੀ ਦੇ 5 ਘੰਟੇ ਹੋ ਗਏ ਸੀ। ਸਵੇਰ ਹੋਣ ਵਾਲੀ ਸੀ। ਪਿਛਲੇ ਕਈ ਦਿਨ ਰਾਤ ਮੇਰੇ ਲਈ ਬਹੁਤ ਔਖੇ ਲੰਘੇ ਸੀ। ਮੈਨੂੰ ਘੜੀ ਤੇ ਘੰਟੇ ਦੀ ਆਵਾਜ਼ ਸੁਣ ਕੇ ਹੀ ਦਿਨ ਰਾਤ ਦਾ ਪਤਾ ਲੱਗਦਾ। ਉਹਨਾਂ ਦਿਨਾਂ ਵਿੱਚ ਮੇਰੇ ਮਨ ਵਿੱਚ ਇੱਕ ਹੀ ਸਵਾਲ ਆਉਂਦਾ ਸੀ, ਕਿੱਦਾਂ ਦੀ ਹੋਵੇਗੀ ਉਹਨਾਂ ਦੀ ਜ਼ਿੰਦਗੀ ਜਿਹੜੇ ਜਨਮ ਤੋਂ ਹੀ ਨੇਤਰਹੀਣ ਹੁੰਦੇ ਹਨ। ਮੈਨੂੰ ਤਾਂ ਫਿਰ ਵੀ ਇਹ ਆਸ ਦਿੱਤੀ ਗਈ,
ਕੱਲ੍ਹ ਤੂੰ ਤੇਰੀ ਪੱਟੀ ਖੁੱਲ੍ਹ ਜਾਵੇਗੀ ਤੇ ਦਿਸਣ ਲੱਗ ਪਵੇਗਾ। ਫਿਰ ਉਹ ਲੋਕ ਕਿੱਦਾਂ ਦੇ ਜਿਉਂਦੇ ਹੋਣਗੇ। ਬਸ ਪ੍ਰੀਤੀ ਵਰਗੇ ਨੇਤਰਹੀਣ ਲੋਕਾਂ ਨੇ ਆਸ ਰੱਖ ਕੇ ਉਹਨਾਂ ਲੋਕਾਂ ਨੂੰ ਕਿੱਦਾਂ ਹੱਸਦੇ ਹੋਣਗੇ। ਮੈਂ ਉੱਦਾਂ ਕਿੰਨਾ ਤੜਫਦੀ ਸੀ ਜਦੋਂ ਕੁਝ ਵੀ ਦੇਖ ਨਹੀਂ ਸਕਦੀ ਸੀ। ਅੱਖਾਂ ਭਾਵੇਂ ਨਹੀਂ ਰੋਈਆਂ ਪਰ ਮੇਰਾ ਦਿਲ ਹਰ ਰੋਜ਼ ਰੋਂਦਾ ਸੀ। ਕਿੰਨਾ ਬੇਵੱਸ ਸੀ ਮੈਂ। ਉਸ ਕੁਝ ਘੰਟਿਆਂ ਬਾਅਦ ਮੇਰੀਆਂ ਅੱਖਾਂ ਤੋਂ ਪੱਟੀ ਖੁੱਲ੍ਹੇਗੀ ਤੇ ਮੈਂ ਦੇਖੂੰਗੀ, ਪਰ ਪਤਾ ਨਹੀਂ ਸੀ ਕਿ ਮੈਂ ਦੇਖ ਸਕਦੀ ਹਾਂ ਜਾਂ ਨਹੀਂ। ਇੱਕ ਵਾਰ ਫਿਰ ਮੇਰੇ ਸਰੀਰ ਕੰਬ ਗਿਆ। ਕੁਝ ਘੰਟਿਆਂ ਦਾ ਹਨੇਰਾ ਮੈਨੂੰ ਬਹੁਤ ਕੁਝ ਸਿਖਾ ਕੇ ਚਲਾ ਗਿਆ ਸੀ। ਉਸ ਹਨੇਰੇ ਵਿੱਚ ਜੇ ਮੈਂ ਚਾਨਣ ਵੱਲ ਨਾ ਵੀ ਜਾ ਸਕਦੀ ਤਾਂ ਵੀ ਮੈਨੂੰ ਕੋਈ ਦੁੱਖ ਨਹੀਂ। ਘੱਟੋ ਘੱਟ ਇਸ ਦੁਨੀਆ ਦਾ ਕੋਈ ਤਾਂ ਰੰਗ ਮੈਂ ਦੇਖ ਸਕੀ। ਹੁਣ ਤਾਂ ਇਹ ਰੰਗ ਮੈਨੂੰ ਉਹਨਾਂ ਲੋਕਾਂ ਨੂੰ ਵੀ ਦਿਖਾਉਣੇ ਹੋਣਗੇ ਜਿਹੜੇ ਹਜੇ ਤੱਕ ਨਹੀਂ ਦੇਖ ਸਕਦੇ। ਮੇਰਾ ਭਰਾ ਉੱਠਿਆ ਤੇ ਮੇਰੇ ਸਿਰ 'ਤੇ ਪਿਆਰ ਨਾਲ ਹੱਥ ਫੇਰਿਆ, ਬੋਲਿਆ, ਦੀਦੀ ਸਵੇਰ ਹੋ ਗਈ ਹੈ, ਕਿ ਤੂੰ ਉੱਠ ਕੇ ਬੈਠੇਂਗੀ। ਮੈਂ ਇਸ਼ਾਰੇ ਨਾਲ ਉਹਨੂੰ ਕਿਹਾ ਕਿ ਉਹਨਾਂ ਨੇ ਮੈਨੂੰ ਉਠਾ ਦਿੱਤਾ। ਮੇਰੀ ਪੱਟੀ ਅੱਖਾਂ ਤੋਂ ਲਾਹ ਦਿੱਤੀ ਤੇ ਮੈਨੂੰ ਹਲਕੀ ਰੋਸ਼ਨੀ ਚੁੱਭਦੀ ਪਈ ਸੀ। ਸਾਹਮਣੇ ਮੇਰੇ ਮੰਮੀ ਪਾਪਾ ਅਤੇ ਭਰਾ ਮੈਨੂੰ ਧੁੰਦਲੇ ਜਿਹੇ ਹੀ ਸਹੀ ਪਰ ਦਿਖਦੇ ਪਏ ਸੀ। ਮੈਂ ਦੁਬਾਰਾ ਅੱਖਾਂ ਬੰਦ ਕਰ ਲਈਆਂ। ਕੁਝ ਦਿਨਾਂ ਬਾਅਦ ਮੇਰੇ ਘਰੇ ਆਰਾਮ ਕਰਦੀ ਪਈ ਤੇ ਮੇਰੇ ਬਾਹਰ ਨਿਕਲਣਾ ਬਿਲਕੁਲ ਬੰਦ ਸੀ। ਮੈਨੂੰ ਪ੍ਰੀਤੀ ਦੀ ਯਾਦ ਆਉਂਦੀ। ਮੈਂ ਉਸਨੂੰ ਫੋਨ ਲਾਇਆ ਤੇ ਫੋਨ ਉਸਦੇ ਨੌਕਰ ਨੇ ਚੁੱਕਿਆ। ਮੈਂ ਪ੍ਰੀਤੀ ਨਾਲ ਗੱਲ ਕਰਵਾਉਣ ਲਈ ਕਿਹਾ ਤੇ ਉਸਨੇ ਮੈਨੂੰ ਕਿਹਾ ਉਹ ਇਸ ਦੁਨੀਆ ਵਿੱਚ ਨਹੀਂ ਹੈ। ਇਹ ਗੱਲ ਸੁਣ ਕੇ ਉਸਨੇ ਮੇਰੇ ਦਿਲ ਹੀ ਤੋੜ ਦਿੱਤਾ। ਮੈਨੂੰ ਆਪਣਾ ਸਾਰਾ ਕਮਰਾ ਘੁੰਮਦਾ ਦਿਖਾਈ ਦਿੱਤਾ। ਇੰਨਾ ਵੱਡਾ ਧੋਖਾ ਕਿ ਮੇਰੇ ਤੋਂ ਇੰਨਾ ਸੱਚ ਲੁਕੋ ਕੇ ਰੱਖਿਆ ਗਿਆ ਕਿ ਮੇਰੀ ਪਿਆਰੀ ਸਹੇਲੀ ਪ੍ਰੀਤੀ ਦੁਨੀਆ ਵਿੱਚ ਨਹੀਂ ਰਹੀ। ਉਹ ਮੇਰੇ ਤੋਂ ਬਹੁਤ ਦੂਰ ਚਲੀ ਗਈ। ਮੈਂ ਉੱਚੀ ਉੱਚੀ ਰੋਣ ਲੱਗੀ ਤੇ ਮੈਂ ਮੰਮੀ ਨੂੰ ਕਿਹਾ ਕਿ ਤੁਸੀਂ ਮੇਰੇ ਕੋਲ ਇੰਨੀ ਗੱਲ ਕਿਉਂ ਲੁਕੋ ਕੇ ਰੱਖੀ। ਬਾਅਦ ਵਿੱਚ ਮੰਮੀ ਨੇ ਮੇਰੇ ਸਿਰ 'ਤੇ ਹੱਥ ਫੇਰਦੇ ਸਾਰੀ ਗੱਲ ਦੱਸੀ। ਮੈਨੂੰ ਉਹਦੀ ਮੌਤ ਦੀ ਖਬਰ ਦੇ ਅੰਦਰ ਤੋੜ ਦਿੱਤਾ ਤੇ ਇੰਨੇ ਦਿਨਾਂ ਵਿੱਚ ਮੰਮੀ ਭੂਆ ਨੂੰ ਮੇਰੇ ਕੋਲ ਨਹੀਂ ਆਉਣ ਦਿੰਦੀ ਕਿਉਂਕਿ ਉਹ ਜਾਣਦੇ ਸੀ ਕਿ ਮੇਰੇ ਮੂੰਹ ਸੱਟ ਨਾਲ ਖਰਾਬ ਹੋਇਆ ਪਿਆ ਹੈ। ਪਰ ਮੈਨੂੰ ਇਸ ਦੀ ਕੋਈ ਪਰਵਾਹ ਨਹੀਂ ਸੀ। ਇਹ ਸੁੰਦਰਤਾ ਕੀ ਹੁੰਦੀ ਹੈ। ਪਰ ਮੈਨੂੰ ਹੁਣ ਤਾਂ ਪਤਾ ਮੇਰੀਆਂ ਅੱਖਾਂ 'ਤੇ ਕਿਹੜੀ ਪੱਟੀ ਚੜ੍ਹੀ ਹੋਈ ਸੀ। ਭੂਆ ਦੀ ਪੜ੍ਹਾਈ ਹੋਈ ਹਰ ਪੱਟੀ ਮੇਰੀਆਂ ਅੱਖਾਂ ਤੋਂ ਲੱਥ ਗਈ ਸੀ। ਇੱਕ ਦਿਨ ਭੂਆ ਮੇਰੇ ਕਮਰੇ ਵਿੱਚ ਆਈ ਤੇ ਉਸ ਦਾ ਮੂੰਹ ਕੁਝ ਲੱਥਿਆ ਹੋਇਆ ਜਿਹਾ ਸੀ। ਮੈਂ ਚੁੱਪ ਕਰਕੇ ਬੈਠੀ ਸੀ ਤੇ ਮੇਰੇ ਹੱਥ ਵਿੱਚ ਉਸਨੇ ਕੁਝ ਰੱਖ ਦਿੱਤਾ। ਜਦੋਂ ਹੀ ਮੈਂ ਉਸ ਚੀਜ਼ ਨੂੰ ਵੇਖਿਆ ਤਾਂ ਮੈਂ ਰੋਣ ਲੱਗ ਪਈ। ਇਹ ਉਹੀ ਪ੍ਰੀਤੀ ਦਾ ਬੈਗ ਸੀ ਜਿਸ ਨੂੰ ਮੈਂ ਜਲਦੀ ਵਿੱਚ ਘਰ ਭੁੱਲ ਗਈ ਸੀ। ਮੈਂ ਆਪਣੇ ਕੰਬਦੇ ਹੋਏ ਹੱਥਾਂ ਨਾਲ ਉਸ ਬੈਗ ਨੂੰ ਖੋਲ੍ਹਿਆ। ਬੈਗ ਵਿੱਚ ਕੁਝ ਅਜਿਹੀਆਂ ਚੀਜ਼ਾਂ ਨਿਕਲੀਆਂ ਜਿਨ੍ਹਾਂ ਨੂੰ ਦੇਖ ਮੈਨੂੰ ਲੱਗਦਾ ਸੀ ਕਿ ਧਰਤੀ ਫਟ ਜਾਵੇ ਤੇ ਅੰਦਰ ਡਿੱਗ ਜਾਵਾਂ। ਮੇਰੇ ਸਾਹਮਣੇ ਉਸਦਾ ਆਈ ਡੋਨਰ ਕਾਰਡ ਤੇ ਲੈਂਸ, ਕੋਈ ਨੇਤਰਤਾ ਪਰਚਾ ਸੀ। ਪ੍ਰੀਤੀ ਦੀ ਅੱਖਾਂ ਵਿੱਚ ਐਲਰਜੀ ਹੋ ਗਈ ਸੀ। ਉਸ ਦਿਨ ਮੈਨੂੰ ਯਾਦ ਆਇਆ ਕਿ ਉਸਦੀ ਅੱਖਾਂ ਲਾਲ ਹੋਈਆਂ ਪਈਆਂ ਸੀ, ਇਸ ਕਰਕੇ ਉਸਨੇ ਲੈਂਸ ਨਹੀਂ ਸੀ ਪਾਏ। ਮੈਂ ਉਸਦਾ ਬੈਗ ਘਰ ਹੀ ਭੁੱਲ ਗਈ। ਕਾਸ਼ ਕਿਤੇ ਮੈਂ ਇਹ ਬੈਗ ਘਰੇ ਨਾ ਭੁੱਲੀ ਹੁੰਦੀ। ਮੈਂ ਇਹ ਕੀ ਕਰ ਦਿੱਤਾ। ਸਾਡੀ ਦੋਸਤੀ ਵਿੱਚ ਉਹਦਾ ਮੈਨੂੰ ਨਾਰਾਜ਼ ਨਾ ਕਰਨਾ ਉਹਦੀ ਮੌਤ ਦਾ ਕਾਰਨ ਬਣ ਗਿਆ। ਮੈਂ ਤੜਫਦੀ ਰਹੀ। ਅਗਲੇ ਹੀ ਦਿਨ ਮੰਮੀ ਪਾਪਾ ਨੇ ਭੂਆ ਮੇਰੇ ਕੋਲ ਬੈਠੇ ਸੀ। ਮੇਰੀਆਂ ਅੱਖਾਂ ਵਿੱਚੋਂ ਹੰਝੂ ਆ ਰਹੇ ਸੀ। ਮੰਮੀ ਨੇ ਮੇਰੇ ਹੱਥ ਵਿੱਚ ਕੁਝ ਰੱਖਿਆ। ਹੰਝੂ ਪੂੰਝ ਕੇ ਮੈਂ ਦੇਖਿਆ ਤੇ ਮੇਰੀ ਅੱਖਾਂ ਹੱਕੀਆਂ ਬੱਕੀਆਂ ਰਹਿ ਗਈਆਂ। ਇਹ ਹੋਰ ਕੁਝ ਨਹੀਂ, ਉਹਨਾਂ ਤਿੰਨਾਂ ਦੇ ਕਾਰਡ ਸੀ। ਭੂਆ ਦੀਆਂ ਅੱਖਾਂ 'ਤੇ ਪਛਤਾਵਾ ਸੀ ਤੇ ਮੈਂ ਉਸ ਦੇ ਗਲੇ ਲੱਗ ਗਈ ਕਿ ਅੰਤ ਨਹੀਂ। ਪ੍ਰੀਤੀ ਦਾ ਡੋਨਰ ਕਾਰਡ ਮੇਰੇ ਘਰ ਵਿੱਚ ਹੀ ਸੀ, ਇਸ ਕਰਕੇ ਉਸਦੀਆਂ ਅੱਖਾਂ ਦਾ ਦਾਨ ਕਰਨ ਦੀ ਇੱਛਾ ਪੂਰੀ ਨਹੀਂ ਕਰ ਸਕੀ। ਪਰ ਕਹਿਣਾ ਹੋਵੇਗਾ ਕਿ ਮੇਰੇ ਡੋਨਰ ਕਾਰਡ ਉਸਦੀ ਨੇਤਰ ਦਾਨ ਦੀ ਇੱਛਾ ਪੂਰੀ ਕਰੂਗਾ। ਮੈਂ ਆਪਣੇ ਆਪ ਨੂੰ ਉਸਦੇ ਮੰਮੀ ਪਾਪਾ ਦੀ ਗੁਨਾਹਗਾਰ ਸਮਝਣ ਲੱਗੀ। ਮੈਂ ਪ੍ਰੀਤੀ ਦੀ ਜਗ੍ਹਾ ਤਾਂ ਨਹੀਂ ਲੈ ਸਕਦੀ ਪਰ ਉਹਨਾਂ ਨੂੰ ਪ੍ਰੀਤੀ ਦਾ ਅਹਿਸਾਸ ਤਾਂ ਉਹਨਾਂ ਨੂੰ ਦਿਵਾ ਸਕਦੀ ਹਾਂ। ਮੈਂ ਹਮੇਸ਼ਾ ਕੋਸ਼ਿਸ਼ ਕਰਦੀ ਰਹਿੰਦੀ ਤੇ ਮੇਰੀ ਜਾਣ ਪਹਿਚਾਣ ਤੇ ਕਈ ਲੋਕਾਂ ਨੇ ਅੱਖਾਂ ਦਾਨ ਕਰਨ ਦਾ ਫੈਸਲਾ ਕਰ ਲਿਆ। ਮੈਂ ਉਸੇ ਕਾਲਜ ਵਿੱਚ MA ਕਰਦੀ ਪਈ ਹਾਂ। ਨੇਤਰਹੀਣ ਵਿਦਿਆਰਥੀਆਂ ਦੇ ਪ੍ਰੋਜੈਕਟ ਜਿਹੜੇ ਕਿ ਪ੍ਰੀਤੀ ਦੀ ਜ਼ਿੰਦਗੀ ਦਾ ਅਟੁੱਟ ਹਿੱਸਾ ਸੀ, ਮੈਂ ਉਸ ਨਾਲ ਜੁੜੀ ਹੋਈ ਹਾਂ। ਇੱਕ ਵਾਰ ਤਾਂ ਦਿਲ ਕਹਿੰਦਾ ਕਿ ਸਾਰੇ ਲੋਕਾਂ ਨੂੰ ਦੱਸ ਦੇਵਾਂ ਕਿ ਅੰਧ ਵਿਸ਼ਵਾਸ ਵਿੱਚ ਡੁੱਬੇ ਲੋਕਾਂ ਦੇ ਮੌਤ ਤੋਂ ਬਾਅਦ ਉਜਾਲੇ ਦੀ ਆਸ ਰੱਖਦੇ ਆ, ਇਸੇ ਲਈ ਨੇਤਰਹੀਣ ਕਰਨ ਤੋਂ ਪਹਿਲਾਂ ਹੀ ਕੰਬ ਜਾਂਦੇ ਆ। ਇੱਕ ਵਾਰ ਸਿਰਫ 1 ਘੰਟੇ ਲਈ ਹੀ ਆਪਣੀ ਅੱਖਾਂ ਉੱਤੇ ਪੱਟੀ ਬੰਨ੍ਹ ਕੇ ਤਾਂ ਵੇਖੋ। ਮੇਰੇ ਵਾਂਗੂ ਉਹਨਾਂ ਨੂੰ ਵੀ ਪਤਾ ਲੱਗੇਗਾ ਕਿ ਇਹਨਾਂ ਰੰਗਾਂ ਤੋਂ ਦੂਰ ਹੋ ਕੇ ਕਾਲੀ ਹਨੇਰੀ ਦੀ ਦੁਨੀਆ ਕਿੱਦਾਂ ਬੇਰੰਗ ਹੋ ਜਾਂਦੀ ਹੈ। ਜੇ ਤੁਹਾਨੂੰ ਸਾਡੀ ਕਹਾਣੀ ਚੰਗੀ ਲੱਗੀ, ਲਾਈਕ ਕਰੋ, ਸ਼ੇਅਰ ਕਰੋ। ਧੰਨਵਾਦ।